ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਉੱਤਰ ਦੇ ਮਹਾਂਪੁਰਖਾਂ ਦੇ ਜੀਵਨ ਦੀ ਅਗਲੀ ਪ੍ਰਸੰਗ ਕਥਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇੱਕ ਪ੍ਰਕਾਸ਼ ਚੰਦਰ ਜੀ ਹੋਏ ਆ, ਇਹ ਤਪਾ ਮੰਡੀ ਦੇ ਰਹਿਣ ਵਾਲੇ ਸੀਗੇ। ਇੱਕ ਵਾਰੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਅੱਗੇ ਇਹਨਾਂ ਨੇ ਕੀ ਤੱਕਿਆ ਕਿ ਮਹਾਂਪੁਰਖ ਕੁਛ ਸੰਗਤ ਦੇ ਪ੍ਰੇਮੀ ਬੈਠੇ ਆ, ਉਹਨਾਂ ਦੇ ਨਾਲ ਬਚਨ ਵਿਲਾਸ ਕਰ ਰਹੇ ਆ। ਸੋ ਇਹਨਾਂ ਨੇ ਵੀ ਅੱਗੇ ਜਾ ਕੇ ਮਹਾਂਪੁਰਖ ਨੂੰ ਪੁੱਛਿਆ ਕਿ ਕੀ ਮੈਂ ਆ ਸਕਦਾ ਹੈ, ਤੇ ਮਹਾਂਪੁਰਖ ਕਹਿੰਦੇ ਭਾਈ ਆਓ, ਜੀ ਆਇਆਂ ਨੂੰ। ਤੇ ਇਹ ਮੱਥਾ ਟੇਕ ਕੇ ਪ੍ਰਕਾਸ਼ ਚੰਦਰ ਜੀ ਸੰਤਾਂ ਦੇ ਕੋਲ ਬੈਠੇ। ਜਦ ਬੈਠੇ ਤਾਂ ਮਹਾਂਪੁਰਖਾਂ ਨੇ ਇਹਨਾਂ ਨੂੰ ਪੁੱਛਿਆ, ਕਹਿੰਦੇ ਵੀ ਤੁਸੀਂ ਇਹ ਦੱਸੋ ਤੁਹਾਡੇ ਕਿੰਨੀਆਂ ਲੜਕੀਆਂ ਹੈਗੀਆਂ? ਤੇ ਪ੍ਰਕਾਸ਼ ਚੰਦਰ ਜੀ ਕਹਿਣ ਲੱਗੇ, ਜੀ 3 ਲੜਕੀਆਂ ਹੈ ਮੇਰੇ। ਮਹਾਂਪੁਰਖ ਕਹਿੰਦੇ 3 ਨਹੀਂ 4। ਜਦ 4 ਦੀ ਗੱਲ ਕੀਤੀ ਤਾਂ ਪ੍ਰਕਾਸ਼ ਚੰਦਰ ਜੀ ਸੋਚਣ ਲੱਗੇ ਵੀ ਲੜਕੀਆਂ ਤਾਂ 3 ਆ, ਲੇਕਿਨ ਮਹਾਂਪੁਰਖ 4 ਕਹਿ ਰਹੇ ਆ। ਪਰ ਫਿਰ ਪ੍ਰਕਾਸ਼ ਚੰਦਰ ਜੀ ਦੁਬਾਰਾ ਬੋਲੇ, ਕਹਿੰਦੇ ਨਹੀਂ ਮਹਾਂਪੁਰਖੋ, ਮੇਰੀਆਂ 3 ਲੜਕੀਆਂ ਹੈਗੀਆਂ। ਜਦ ਪ੍ਰਕਾਸ਼ ਚੰਦਰ ਨੇ ਦੁਬਾਰਾ ਇਹ ਗੱਲ ਕਹੀ ਆ ਤੇ ਫਿਰ ਸੰਤ ਉੱਤਰਦੇਵ ਜੀ ਚੁੱਪ ਕਰ ਗਏ। ਪਰ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਚੰਦਰ ਜੀ ਆਪਣੇ ਘਰ ਚਲੇ ਗਏ, ਲੇਕਿਨ ਸਾਲ ਦੇ ਅੰਦਰ ਜਦ ਚੌਥੀ ਲੜਕੀ ਦਾ ਜਨਮ ਇਹਨਾਂ ਦੇ ਗ੍ਰਹਿ ਵਿਖੇ ਹੋਇਆ ਤਾਂ ਫਿਰ ਇਹਨਾਂ ਨੂੰ ਮਹਾਂਪੁਰਖਾਂ ਦੇ ਜਿਹੜੇ ਕਥਨ ਸੀਗੇ ਵੀ ਭਾਈ 4 ਲੜਕੀਆਂ ਹੈ, ਇਹਦੀ ਗੱਲ ਸਮਝ ਆ ਗਈ। ਫਿਰ ਪ੍ਰਕਾਸ਼ ਚੰਦਰ ਜੀ ਨੇ ਸੋਚਿਆ ਕਿ ਮੇਰੇ 4 ਲੜਕੀਆਂ ਹੈ, ਲੇਕਿਨ ਲੜਕਾ ਕੋਈ ਨਹੀਂ ਹੈ। ਸੋ ਇਹ ਸਮਾਂ ਵਿਚਾਰ ਕੇ ਆਪਣੀ ਇਹਨਾਂ ਦੀ ਇੱਕ ਵੱਡੀ ਲੜਕੀ ਸੀ ਜਿਹਦਾ ਨਾਂ ਸੀ ਕਮਲੇਸ਼ ਰਾਣੀ, ਉਹਨੂੰ ਨਾਲ ਲੈ ਕੇ ਤੇ ਪ੍ਰਕਾਸ਼ ਚੰਦਰ ਜੀ ਫਿਰ ਸੰਤ ਉੱਤਰਦੇਵ ਜੀ ਦੇ ਦਰਸ਼ਨਾਂ ਵਾਸਤੇ ਗਏ। ਜਦ ਮੱਥਾ ਟੇਕ ਕੇ ਬੈਠੇ ਆ ਤੇ ਫਿਰ ਇਹ ਜਿਹੜੀ ਬੱਚੀ ਸੀਗੀ ਕਮਲੇਸ਼ ਰਾਣੀ, ਇਹਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਮਹਾਂਪੁਰਖਾਂ ਨੂੰ ਇਹ ਪੁੱਛਦੀ ਹਾਂ ਕਿ ਤੁਸੀਂ ਸਾਨੂੰ ਵੀਰੇ ਦੀ ਇੱਕ ਦਾਤ ਬਖਸ਼ੋ। ਪਰ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਬਾਬਾ ਜੀ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਕਹਿੰਦੇ ਭਾਈ, ਇੱਕ ਬੁੱਢਾ ਸੀਗਾ, ਇੱਕ ਬੁੱਢੀ ਸੀਗੀ, ਇਹ 2 ਜੋੜੇ ਕਿਸੇ ਨਗਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਇਹਨਾਂ ਦੇ ਲੜਕਾ ਨਹੀਂ ਸੀਗਾ, ਪਰ ਇਹਨਾਂ ਦੀ ਇੱਕ ਲੜਕੀ ਸੀਗੀ ਜਿਹੜੀ ਬਾਰ-ਬਾਰ ਬੇਨਤੀ ਕਰਦੀ ਹੁੰਦੀ ਸੀ ਕਿ ਇੱਕ ਵੀਰ ਦੇਈ ਵੀ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਕਹਿੰਦੇ ਜਦ ਇਸ ਤਰ੍ਹਾਂ ਦੀ ਇਹ ਬੇਨਤੀ ਕਰਦੀ ਸੀ, ਰੱਬ ਦੇ ਅੱਗੇ ਜੋਦੜੀਆਂ ਕਰਦੀ ਸੀ। ਇਹਦੀ ਜੋਦੜੀ ਜਿਹੜੀ ਸੀਗੀ, ਜਿਹੜੀ ਦਿਲੋਂ ਸੱਚੋ ਸੀਗੀ, ਇਹ ਪਰਮੇਸ਼ਰ ਦੇ ਦਰ 'ਤੇ ਕਬੂਲ ਹੋਈ ਆ। ਫਿਰ ਦੇਖੋ ਸਮਾਂ ਪਾ ਕੇ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆ ਗਈਆਂ ਸੀ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੀ ਗੱਲ ਪ੍ਰਕਾਸ਼ ਚੰਦਰ ਤੇ ਦੀ ਬੇਟੀ ਨੂੰ ਸੁਣਾਈ ਆ ਤੇ ਇਹ ਮਨ ਹੀ ਮਨ ਖੁਸ਼ ਹੋ ਗਏ ਕਿ ਮਹਾਂਪੁਰਖਾਂ ਨੇ ਸਾਡੇ ਅੰਦਰ ਦੀ ਗੱਲ ਜਿਹੜੀ ਪਹਿਲਾਂ ਹੀ ਜਾਣ ਲਈ ਆ। ਹੁਣ ਇਸ ਸਾਲ ਜ਼ਰੂਰ ਜਿਹੜਾ ਸਾਡੇ ਘਰ ਲੜਕਾ ਹੋਏਗਾ। ਪਰ ਜਦ ਸਾਲ ਹੋਇਆ ਤੇ ਸਾਲ ਬਾਅਦ ਫਿਰ ਪ੍ਰਕਾਸ਼ ਚੰਦਰ ਜੀ ਦੇ ਫਿਰ ਇੱਕ ਲੜਕਾ ਹੋਇਆ ਪਹਿਲਾ। ਜਦ ਪਹਿਲਾ ਲੜਕਾ ਹੋਇਆ, ਸਮਾਂ ਪਾ ਕੇ ਵਾਹਿਗੁਰੂ ਨੇ ਐਸੀ ਦਾਤ ਬਖਸ਼ੀ, ਫਿਰ ਸਮਾਂ ਪਾ ਕੇ ਫਿਰ ਦੂਸਰਾ ਲੜਕਾ ਹੋਇਆ, ਫਿਰ ਉਸ ਤੋਂ ਸਮਾਂ ਪਾ ਕੇ ਫਿਰ ਤੀਸਰਾ ਲੜਕਾ ਹੋਇਆ। ਇਸ ਤਰ੍ਹਾਂ ਪ੍ਰਕਾਸ਼ ਚੰਦਰ ਦੇ ਘਰ ਦੇ ਵਿੱਚ ਜਿਹੜੇ ਸੀਗੇ ਉਹ 4 ਬੇਟੀਆਂ ਤੇ 3 ਲੜਕੇ ਜਿਹੜੇ ਸੀਗੇ ਇਹ ਮਹਾਂਪੁਰਖਾਂ ਦੇ ਦਰਸ਼ਨ ਜਾਂ ਸੰਗਤ ਜਾਂ ਬਚਨਾਂ ਦੇ ਸਦਕਾ ਹੋਏ ਸੀਗੇ। ਇਸੇ ਤਰ੍ਹਾਂ ਇੱਕ ਸਾਧੂ ਸਿੰਘ ਸੀਗੇ। ਇਹ ਜਿਹੜੇ ਸਾਧੂ ਸਿੰਘ ਸੀ ਇਹ ਮਹਿਦੂਦਪੁਰੀ ਦੇ ਸੀਗੇ। ਇਹਨਾਂ ਦੇ ਵੀ ਇਹੋ ਹੀ ਘਰ ਦੇ ਵਿੱਚ ਇੱਕ ਐਸੀ ਕਹਿ ਲਓ ਕਿ ਵਾਹਿਗੁਰੂ ਵੱਲੋਂ ਕੋਈ ਇਸ ਤਰ੍ਹਾਂ ਦੀ ਖੇਡ ਚੱਲਦੀ ਸੀ ਕਿ ਕੋਈ ਵੀ ਅਗਰ ਬੱਚਾ ਇਹਨਾਂ ਦੇ ਘਰ ਹੁੰਦਾ ਸੀਗਾ ਉਹ ਬੱਚਾ ਜਿਹੜਾ ਸੀਗਾ ਕੁਛ ਚਿਰ ਬਾਅਦ ਮਰ ਜਾਂਦਾ ਸੀਗਾ। ਜਦ ਸਾਧੂ ਸਿੰਘ ਜਿਹੜੇ ਸੀ ਜਦ ਵੀ ਇਹਨਾਂ ਦੇ ਕੋਈ ਨਾ ਕੋਈ ਬੱਚਾ ਹੋਣਾ ਤੇ ਉਹ ਬੱਚੇ ਦੀ ਕੁਛ ਚਿਰ ਬਾਅਦ ਡੈਥ ਜਾਂ ਮੌਤ ਹੋ ਜਾਣੀ ਆ। ਇੱਕ ਵਾਰ ਸਾਧੂ ਸਿੰਘ ਮਨ 'ਚ ਬੜੇ ਉਦਾਸ ਹੋਏ। ਕੁਦਰਤੀ ਐਸਾ ਕਾਰਨ ਹੋਇਆ ਕਿ ਇਹਨਾਂ ਦਾ ਮੇਲ ਇੱਕ ਮੈਗਲ ਸਿੰਘ ਹੋਏ ਆ, ਕੋਈ ਸੱਜਣ ਸੰਤ ਬਾਬਾ ਉੱਤਰਦੇਵ ਜੀ ਦੇ ਸੇਵਕ, ਉਹਨਾਂ ਦੇ ਨਾਲ ਹੋ ਗਿਆ। ਜਦ ਉਹਨਾਂ ਦੇ ਨਾਲ ਹੋਇਆ ਤਾਂ ਸਾਧੂ ਸਿੰਘ ਨੇ ਆਪਣੇ ਜਿਹੜੀ ਦਿਲ ਦੀ ਗੱਲ ਸੀਗੀ ਮੈਗਲ ਸਿੰਘ ਨਾਲ ਸਾਂਝੀ ਕੀਤੀ ਕਿ ਕਿਵੇਂ ਉਹਨਾਂ ਦੇ ਬੱਚਾ ਤਾਂ ਜ਼ਰੂਰ ਹੁੰਦਾ ਹੈਗਾ ਪਰ ਘਰ ਦੇ ਵਿੱਚ ਬਚਦਾ ਨਹੀਂ, ਸਮਾਂ ਪਾ ਕੇ ਉਹਦੀ ਮੌਤ ਹੋ ਜਾਂਦੀ ਆ। ਫਿਰ ਮੈਗਲ ਸਿੰਘ ਨੇ ਦੱਸਿਆ ਹੈਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਸੰਤ ਉੱਤਰਦੇਵ ਜੀ ਦੇ ਪਾਸ ਜਾਓ ਅਤੇ ਉਹ ਜ਼ਰੂਰ ਤੁਹਾਨੂੰ ਇਸ ਚੀਜ਼ ਦਾ ਸਮੱਸਿਆ ਦਾ ਹੱਲ ਦੱਸਣਗੇ। ਸੋ ਇਹਨਾਂ ਨੇ ਵਿਚਾਰ ਕਰਕੇ ਸਾਧੂ ਸਿੰਘ ਅਤੇ ਆਪਣੀ ਜਿਹੜੀ ਪਤਨੀ ਸਰਜੀਤ ਕੌਰ ਸੀ ਉਹਨੂੰ ਨਾਲ ਲੈ ਕੇ ਅਤੇ ਇੱਕ ਸੱਜਣ ਇਹਨਾਂ ਦੇ ਜਿਨ੍ਹਾਂ ਦਾ ਨਾਂ ਸਰਦਾਰ ਕੁੰਡਾ ਸਿੰਘ ਸੀ, ਫਿਰ ਉਹਨਾਂ ਦੀ ਮਾਤਾ ਜੀ ਅਤੇ ਇੱਕ ਸੱਜਣ ਸਰਦਾਰ ਅਜੈਬ ਸਿੰਘ, ਇਹ ਸਾਰੇ ਇਕੱਠੇ ਹੋ ਗਏ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਗਏ ਆ। ਅਤੇ ਇਹਨਾਂ ਦੀ ਪਤਨੀ ਸਰਜੀਤ ਕੌਰ ਨੇ ਸੰਤ ਬਾਬਾ ਉੱਤਰਦੇਵ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਾਡੇ ਗ੍ਰਹਿ ਦੇ ਵਿਖੇ ਵਾਹਿਗੁਰੂ ਦੀ ਕੁਛ ਐਸੀ ਖੇਡ ਚੱਲਦੀ ਹੈ ਕਿ ਬੱਚਾ ਤਾਂ ਜ਼ਰੂਰ ਹੁੰਦਾ ਹੈਗਾ ਪਰ ਬਚਦਾ ਨਹੀਂ ਹੈ। ਜਦ ਇਹ ਸਾਰੀ ਜਿਹੜੀ ਬੇਦਨ ਜਾਂ ਵਿਥਿਆ ਸੀ ਬਾਬਾ ਉੱਤਰਦੇਵ ਜੀ ਹੁਣਾਂ ਨੇ ਇਸ ਪਰਿਵਾਰ ਨੇ ਦੱਸੀ ਆ। ਅਤੇ ਫਿਰ ਬਾਬਾ ਜੀ ਨੇ ਉਸ ਬੀਬੀ ਦੇ ਚਿਹਰੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ ਕਿ ਬੀਬੀ ਜੀ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣੇ ਪਤੀ ਦਾ ਨਾਮ ਬਦਲ ਦਿਓ।
ਜਦ ਇੰਨੀ ਗੱਲ ਹੈ ਤਾਂ ਇਹਨਾਂ ਦੀ ਪਤਨੀ ਸਰਜੀਤ ਕੌਰ ਜੀ ਸੋਚੀ ਪੈ ਗਏ। ਸੋਚ ਕੇ ਚੁੱਪ ਕਰ ਗਏ ਤੇ ਫਿਰ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਅਗਰ ਨਾਮ ਬਦਲਣਾ ਹੀ ਹੈ ਤਾਂ ਤੁਸੀਂ ਆਪ ਹੀ ਬਦਲ ਦਿਓ। ਪਰ ਮਹਾਂਪੁਰਖ ਕਹਿੰਦੇ ਨਹੀਂ, ਤੁਸੀਂ ਆਪ ਇਹਦਾ ਨਾਮ ਬਦਲੋ। ਪਰ ਦੂਸਰੀ ਵਾਰੀ ਜਦੋਂ ਫਿਰ ਇਹਨਾਂ ਦੀ ਪਤਨੀ ਸਰਜੀਤ ਕੌਰ ਨੇ ਸੰਤ ਉਤਰਜੀਤ ਨੂੰ ਦੁਬਾਰਾ ਫਿਰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਨਾਂ ਰੱਖ ਦਿਓ ਜੋ ਰੱਖਣਾ ਹੈਗਾ। ਪਰ ਬਾਬਾ ਜੀ ਨੇ ਕਿਹਾ ਨਹੀਂ, ਇਹ ਨਾਂ ਤਾਂ ਹੁਣ ਤੁਹਾਨੂੰ ਹੀ ਰੱਖਣਾ ਪੈਣਾ ਹੈ। ਫਿਰ ਸਰਜੀਤ ਕੌਰ ਨੇ ਆਪਣੇ ਪਤੀ ਸਾਧੂ ਸਿੰਘ ਦਾ ਨਾਮ ਬਦਲ ਕੇ ਫਿਰ ਹਰਦੇਵ ਸਿੰਘ ਰੱਖ ਦਿੱਤਾ। ਜਦ ਹਰਦੇਵ ਸਿੰਘ ਰੱਖਿਆ ਤੇ ਮਹਾਂਪੁਰਖ ਜਿਹੜੇ ਸੀਗੇ ਉਹ ਪੋਲੇ ਦਿਨ ਮੁਸਕਰਾ ਕੇ ਕਹਿਣ ਲੱਗੇ ਕਿ ਜਿਵੇਂ ਤੁਸੀਂ ਸੋਚ ਕੇ ਜਿਹੜੇ ਸੀ ਆਪਣੇ ਪਤੀ ਦਾ ਨਾਮ ਜਿਹੜਾ ਹੈਗਾ ਉਹ ਹੌਲੀ ਹੌਲੀ ਰੱਖਿਆ ਹੈਗਾ, ਇਸ ਕਰਕੇ ਤੁਹਾਡੇ ਘਰ ਵੀ ਇਸ ਤਰ੍ਹਾਂ ਐਸਤਾ ਜਿਹੜੀ ਹੈ ਉਹ ਭੁਜੰਗੀ ਦੀ ਦਾਤ ਹੋਊਗੀ। ਜਦ ਇਹ ਬਚਨ ਮਹਾਂਪੁਰਖਾਂ ਨੇ ਕੀਤੇ ਆ ਤੇ ਫਿਰ ਇਹ ਪਰਿਵਾਰ ਜਦ ਮੱਥਾ ਟੇਕ ਗਿਆ ਹੈਗਾ। ਪਰ ਪਹਿਲੀ ਜਿਹੜੀ ਸੀ ਇਹਨਾਂ ਦੇ ਲੜਕੀ ਹੋਈ ਆ। ਜਦ ਇਹਨਾਂ ਦੇ ਪਹਿਲੀ ਲੜਕੀ ਹੋਈ ਆ ਫਿਰ ਇਸ ਤੋਂ ਬਾਅਦ ਇਹ ਪਰਿਵਾਰ ਫਿਰ ਮਹਾਂਪੁਰਖਾਂ ਦੇ ਕੋਲ ਜਿਹੜਾ ਸੀ ਜਾਂ ਦਰਸ਼ਨਾਂ ਵਾਸਤੇ ਗਿਆ ਹੈਗਾ। ਫਿਰ ਮਹਾਂਪੁਰਖਾਂ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਤੁਹਾਡੇ ਘਰ ਜ਼ਰੂਰ ਸਮਾਂ ਪਾ ਕੇ ਵਾਹਿਗੁਰੂ ਦੀ ਰਹਿਮਤ ਹੋਊਗੀ। ਸੋ ਜਿਹੜੀ ਪਹਿਲੀ ਲੜਕੀ ਸੀ ਇਹਦਾ ਨਾਮ ਵੀ ਸੰਤਾਂ ਨੇ ਫਿਰ ਹਰਬੰਸ ਕੌਰ ਰੱਖਿਆ ਸੀਗਾ, ਜਿਹੜੀ 1956 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਫਿਰ ਇਹਨਾਂ ਦੇ 3 ਲੜਕੇ ਹੋਏ ਆ। ਜਦ 3 ਲੜਕੇ ਹੋਏ ਆ ਤੇ ਪਹਿਲੇ ਲੜਕੇ ਦਾ ਨਾਂ ਸੰਤਾਂ ਨੇ ਜਿਹੜਾ ਸੀਗਾ ਜਗਮੀਤ ਸਿੰਘ ਰੱਖਿਆ ਸੀਗਾ, ਦੂਸਰੇ ਦਾ ਗੱਜਣ ਸਿੰਘ ਤੇ ਤੀਸਰੇ ਦਾ ਨਾਂ ਫਿਰ ਜਿਹੜਾ ਸੀਗਾ ਇਹ ਜੋਗਿੰਦਰ ਸਿੰਘ ਰੱਖਿਆ ਸੀਗਾ। ਇਸ ਕਰਕੇ ਜਿਹੜੇ ਸਾਧੂ ਸਿੰਘ ਜਿਨ੍ਹਾਂ ਦਾ ਨਾਮ ਬਦਲ ਕੇ ਹਰਦੇਵ ਸਿੰਘ ਰੱਖਿਆ ਸੀਗਾ, ਫਿਰ ਉਹਨਾਂ ਦੇ ਘਰ ਵੀ ਜਿਹੜੀਆਂ ਸੀਗੀਆਂ ਖੁਸ਼ੀ ਦੀਆਂ ਲਹਿਰਾਂ ਬਹਿਰਾਂ ਜਿਹੜੀਆਂ ਸੀਗੀਆਂ ਇਹ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਹੋਈਆਂ ਹੈ। ਇਸੇ ਤਰ੍ਹਾਂ ਇੱਕ ਅਜੈਬ ਸਿੰਘ ਸੀਗੇ ਜਿਹੜੇ ਸੱਜਣ ਟੋਸਾ ਦੇ ਰਹਿਣ ਵਾਲੇ ਸੀਗੇ। ਇਹਨਾਂ ਦੀ ਵੀ 3 ਲੜਕੀਆਂ ਸੀਗੀਆਂ, ਪਰ ਇਹਨਾਂ ਦੀ ਜਿਹੜੀ ਪਤਨੀ ਸੀਗੀ ਉਹ ਜਿਹੜਾ ਸੀਗੀ ਇਹ 3 ਲੜਕੀਆਂ ਦੇ ਜਾਣੀ ਕਿ ਹੋਣ ਤੋਂ ਉਸ ਤੋਂ ਬਾਅਦ ਪੁੱਤਰ ਦੀ ਘਾਟ ਕਾਰਨ ਆਮ ਤੌਰ 'ਤੇ ਜਿਹੜੀ ਰੋਂਦੀ ਰਹਿੰਦੀ ਹੁੰਦੀ ਸੀ। ਸੋ ਇੱਕ ਵਾਰ ਫਿਰ ਸਰਦਾਰ ਅਜੈਬ ਸਿੰਘ ਜਿਹੜੇ ਸੀਗੇ ਇਹ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਫਿਰ ਬਾਬਾ ਜੀ ਨੇ ਇਹਨਾਂ ਨੂੰ ਆਖਿਆ ਸੀਗਾ ਕਿ ਦੇਵੀ ਨੂੰ ਕਹਿ ਦੇ ਕਿ ਰੋਵੇ ਨਾ ਤੇ ਮਾਲਕ ਜਿਹੜਾ ਉਹ ਤੁਹਾਡੇ ਘਰ ਖੁਸ਼ੀ ਜ਼ਰੂਰ ਬਖਸ਼ੇਗਾ। ਜਦ ਇਹ ਗੱਲ ਜਿਹੜੀ ਸੀ ਅਜੈਬ ਸਿੰਘ ਨੇ ਘਰ ਆ ਕੇ ਆਪਣੀ ਪਤਨੀ ਨੂੰ ਦੱਸੀ ਸੀ ਤੇ ਫਿਰ ਇਹਨਾਂ ਦੀ ਪਤਨੀ ਜਿਹੜੀ ਸੀਗੀ ਇਹ ਮਹਾਂਪੁਰਖਾਂ ਦਾ ਬਚਨ ਸੁਣ ਕੇ ਜਿਹੜੀ ਸੀ ਬੜੇ ਹੌਸਲੇ 'ਚ ਆਈ ਆ। ਉਹਨੇ ਫਿਰ ਉਸ ਟਾਈਮ ਆਪਣਾ ਜਿਹੜਾ ਰੋਣਾ ਧੋਣਾ ਸੀਗਾ ਸਾਰਾ ਛੱਡ ਦਿੱਤਾ। ਫਿਰ ਸਾਲ ਬਾਅਦ ਇਹਨਾਂ ਦੇ ਜਿਹੜਾ ਸੀ ਇੱਕ ਪੁੱਤਰ ਹੋਇਆ। ਉਸ ਪੁੱਤਰ ਦਾ ਨਾਮ ਫਿਰ ਸੰਤਾਂ ਨੇ ਜਿਹੜਾ ਸੀਗਾ ਰੂਪ ਸਿੰਘ ਰੱਖਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਦੂਸਰਾ ਪੁੱਤਰ ਹੋਇਆ, ਉਹਦਾ ਨਾਮ ਵੀ ਸੰਤਾਂ ਨੇ ਫਿਰ ਇੰਦਰਜੀਤ ਸਿੰਘ ਰੱਖਿਆ ਸੀਗਾ। ਇਸੇ ਤਰ੍ਹਾਂ ਇੱਕ ਅਜੈਬ ਸਿੰਘ ਤੇ ਇਸ ਦੇ ਇੱਕ ਭਰਾ ਸੀ ਜਿਨ੍ਹਾਂ ਦਾ ਨਾਮ ਸੀ ਬੰਤਾ ਸਿੰਘ। ਇਹ 2 ਸਕੇ ਭਰਾ ਹੁੰਦੇ ਸੀਗੇ। ਤੇ ਇੱਕ ਬੰਤਾ ਸਿੰਘ ਦਾ ਲੜਕਾ ਜਿਹਦਾ ਨਾਮ ਮੇਜਰ ਸਿੰਘ ਸੀਗਾ ਇਹ ਯੂਪੀ ਦੇ ਵਿਖੇ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ। ਜਦ ਯੂਪੀ 'ਚ ਪੜ੍ਹਦਾ ਹੁੰਦਾ ਸੀਗਾ ਤੇ ਮੇਜਰ ਸਿੰਘ ਨੇ ਇੱਕ ਵਾਰੀ ਆਪਣੇ ਘਰ ਆ ਕੇ ਦੱਸਿਆ ਕਿ ਯੂਪੀ ਦੇ ਵਿੱਚ ਜ਼ਮੀਨ ਬੜੀ ਸਸਤੀ ਮਿਲਦੀ ਆ, ਸੋ ਆਪਾਂ ਕਿਉਂ ਨਾ ਉੱਥੇ ਥੋੜ੍ਹੀ ਜ਼ਮੀਨ ਖਰੀਦ ਲਈਏ। ਸੋ ਇਹਨਾਂ ਨੇ ਯੂਪੀ ਦੇ ਵਿੱਚ 40 ਬਿੱਘੇ ਜ਼ਮੀਨ ਖਰੀਦੀ ਉਹਨਾਂ ਟਾਈਮਾਂ ਦੇ ਵਿੱਚ। ਜਦ 40 ਬਿੱਘੇ ਜ਼ਮੀਨ ਖਰੀਦ ਕੇ ਮਹਾਂਪੁਰਖਾਂ ਦੇ ਕੋਲ ਆਏ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਵੀ ਜਿਹੜੀ ਤੁਸੀਂ ਯੂਪੀ ਦੀ ਜ਼ਮੀਨ ਖਰੀਦੀ ਇਹ ਤੁਹਾਡੇ ਵਾਸਤੇ ਚੰਗੀ ਨਹੀਂ ਹੈਗੀ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਪਿੰਡ ਦੇ ਵਿੱਚ ਹੀ ਜ਼ਮੀਨ ਖਰੀਦ ਲਓ ਜਿਹੜੀ ਤੁਹਾਨੂੰ ਬਹੁਤ ਫਾਇਦੇ 'ਚ ਬੈਠੂਗੀ। ਫਿਰ ਜਦੋਂ ਮੇਜਰ ਸਿੰਘ ਨੇ ਘਰ ਆ ਕੇ ਸਾਰੇ ਪਰਿਵਾਰ ਨਾਲ ਗੱਲ ਕੀਤੀ ਆ, ਪਰ ਕਿਸੇ ਨੇ ਵੀ ਇਸ ਗੱਲ 'ਤੇ ਜਿਹੜਾ ਸੀ ਕੋਈ ਬਹੁਤਾ ਗੌਰ ਨਹੀਂ ਦਿੱਤਾ। ਪਰ ਇਹਨਾਂ ਦੇ ਘਰ ਇੱਕ ਕੁੱਤਾ ਹੁੰਦਾ ਸੀਗਾ, ਉਹਨੇ ਫਿਰ ਜਦ ਇਹਨਾਂ ਦੇ ਪਰਿਵਾਰ ਦੇ ਇੱਕ ਜੀਅ ਨੂੰ ਜਿਹੜਾ ਸੀ ਉਹ ਪੂਰੀ ਤਰ੍ਹਾਂ ਕੱਟਿਆ ਸੀਗਾ। ਫਿਰ ਇਹਨਾਂ ਨੂੰ ਮਹਾਂਪੁਰਖਾਂ ਦਾ ਬਚਨ ਚੇਤੇ ਆ ਗਿਆ ਕਿ ਮਹਾਂਪੁਰਖਾਂ ਨੇ ਕਿਹਾ ਸੀਗਾ ਕਿ ਯੂਪੀ ਦੀ ਜ਼ਮੀਨ ਜਿਹੜੀ ਤੁਹਾਡੇ ਵਾਸਤੇ ਖਰੀ ਨਹੀਂ। ਫਿਰ ਇਹਨਾਂ ਨੇ ਉਹ ਜਿਹੜੀ ਯੂਪੀ ਦੀ 40 ਬਿੱਘੇ ਜ਼ਮੀਨ ਸੀ ਉਹ ਜਿਹੜੀ ਵੇਚ ਦਿੱਤੀ ਅਤੇ ਆਪਣੇ ਪਿੰਡ ਦੇ ਨਜ਼ਦੀਕ 180 ਬਿੱਘੇ ਇੱਕ ਜ਼ਮੀਨ ਦਾ ਜਿਹੜਾ ਸੀਗਾ ਉਹ ਸੌਦਾ ਕਰ ਲਿਆ। ਜਦ 180 ਬਿੱਘੇ ਜ਼ਮੀਨ ਦਾ ਨਜ਼ਦੀਕ ਪਿੰਡ ਸੌਦਾ ਕੀਤਾ ਤਾਂ ਫਿਰ ਇਹ ਮਹਾਂਪੁਰਖਾਂ ਦੇ ਕੋਲ ਜਦ ਪਹੁੰਚੇ ਆ ਅਤੇ ਸੰਤ ਉਤਰਦੇਵ ਜੀ ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਪਿੰਡ ਵਿੱਚ ਹੀ ਜ਼ਮੀਨ ਮਿਲ ਜਾਣੀ ਆ, ਸੋ ਬਾਹਰ ਦੀ ਜ਼ਮੀਨ ਵੀ ਜਿਹੜੀ ਉਹ ਤੁਹਾਡੇ ਵਾਸਤੇ ਸਹੀ ਨਹੀਂ ਹੈਗੀ, ਤੁਸੀਂ ਪਿੰਡ ਵਿੱਚ ਹੀ ਵਾਹੀ ਕਰੋ ਅਤੇ ਇਹ ਤੁਹਾਡੇ ਵਾਸਤੇ ਬਹੁਤ ਫਾਇਦੇਦਾਰ ਰਹੇਗੀ। ਪਰ ਉਸ ਟਾਈਮ ਇਹਨਾਂ ਨੇ ਵੀ ਵਿਚਾਰ ਜਿਹੜੀ ਸੀ ਇੰਨੀ ਗੌਲੀ ਨਹੀਂ ਆ, ਪਰ ਉਹ ਜਿਹੜੀ ਦੂਰ ਦੀ ਜ਼ਮੀਨ ਨਾਲ ਦੇ ਪਿੰਡ ਦੇ ਨਜ਼ਦੀਕ ਸੀਗੀ ਇਹ ਵੀ ਇਹਨਾਂ ਨੂੰ ਸੈੱਟ ਨਹੀਂ ਬੈਠੀ ਆ। ਇਹਨਾਂ ਦਾ ਫਿਰ ਇੱਕ ਦੂਰ ਆਉਣਾ ਜਾਣਾ ਇਹ ਵੀ ਮੁਸ਼ਕਿਲ ਹੋ ਗਿਆ ਸੀਗਾ। ਪਰ ਫਿਰ ਸਮਾਂ ਪਾ ਕੇ ਇਹਨਾਂ ਨੇ ਮਹਾਂਪੁਰਖਾਂ ਦੇ ਕਹੇ ਦੇ ਉੱਤੇ ਹੀ ਜਦ ਪਿੰਡ ਦੀ ਜ਼ਮੀਨ ਲਈ ਆ ਅਤੇ ਫਿਰ ਪਰ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ ਪਿੰਡ ਦੀ ਜਿੱਥੇ ਜ਼ਮੀਨ ਇਹਨਾਂ ਨੂੰ ਮਿਲੀ ਸੀਗੀ ਉਹ ਜ਼ਮੀਨ ਦੇਖ ਕੇ ਖੁਸ਼ ਨਹੀਂ ਹੋਇਆ। ਅਤੇ ਪਰ ਮਹਾਂਪੁਰਖਾਂ ਨੇ ਬਚਨ ਕਿਹਾ ਸੀਗਾ ਉਹਨਾਂ ਟਾਈਮਾਂ ਵਿੱਚ ਕਿ ਇਹੋ ਹੀ ਜ਼ਮੀਨ ਸਮਾਂ ਪਾ ਕੇ ਜਦ ਨਿਆਈ ਬਣੇਗੀ ਫਿਰ ਤੁਹਾਨੂੰ ਇਸ ਜ਼ਮੀਨ ਦੇ ਮੁੱਲ ਦਾ ਕੀਮਤ ਦਾ ਫਿਰ ਤੁਹਾਨੂੰ ਪਤਾ ਲੱਗੇਗਾ। ਪਰ ਸਮਾਂ ਪਾ ਕੇ ਉਹ ਜਿਹੜੀ ਪਿੰਡ ਜ਼ਮੀਨ ਲਈ ਸੀ ਫਿਰ ਇਹਨਾਂ ਦੀ ਨਿਆਈ ਬਣ ਗਏ ਸੀਗੇ ਅਤੇ ਜਿੱਥੇ ਇਹਨਾਂ ਦੇ ਜਿਹੜੀਆਂ ਅੱਜ ਕੱਲ੍ਹ ਉਸ ਜ਼ਮੀਨ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ, ਭਾਵ ਕਿ ਬਹੁਤ ਉਪਜਾਊ ਵਾਲੀ ਜ਼ਮੀਨ ਜਿਹੜੀ ਸੀਗੀ ਇਹ ਸਮਾਂ ਪਾ ਕੇ ਬਣੀ ਇਹਨਾਂ ਦੇ ਪਰਿਵਾਰ ਦੇ ਵਿੱਚ।
ਇਸੇ ਤਰ੍ਹਾਂ ਨਾ ਇੱਕ ਸੁੱਚਾ ਸਿੰਘ ਜੀ ਹੋਏ ਆ। ਇਹ ਜਿਹੜੇ ਸੁੱਚਾ ਸਿੰਘ ਸੀ ਇਹ ਵੀ ਟੋਸਾ ਨਗਰ ਦੇ ਲਾਗੇ ਦੇ ਹੋਏ ਆ। ਜਦ ਇਹ ਸੁੱਚਾ ਸਿੰਘ ਜਿਹੜੇ ਸੀ ਇੱਕ ਵਾਰੀ ਮਹਾਂਪੁਰਖਾਂ ਦੇ ਦਰਸ਼ਨ ਵਾਸਤੇ ਆਏ ਅਤੇ ਇਹ ਬੜੇ ਉਦਾਸ ਸੀਗੇ। ਜਦ ਉਦਾਸ ਸੀ ਤਾਂ ਮਹਾਂਪੁਰਖ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਉਦਾਸ ਕਿਉਂ ਆ? ਅਤੇ ਸੁੱਚਾ ਸਿੰਘ ਨੇ ਦੱਸਿਆ ਸੀਗਾ ਜੀ ਮੇਰੇ ਸਰੀਰ ਦੇ ਅੰਦਰ ਬਹੁਤ ਵੱਡਾ ਜਿਹੜਾ ਨੁਕਸ ਪੈ ਗਿਆ ਹੈਗਾ, ਕਿਉਂਕਿ ਪੇਟ ਦੇ ਅੰਦਰ ਬੜਾ ਭਾਰਾ ਦਰਦ ਰਹਿੰਦਾ ਹੈਗਾ ਅਤੇ ਕੋਈ ਵੀ ਚੀਜ਼ ਮੇਰੀ ਨੂੰ ਜਿਹੜੀ ਰੋਟੀ ਵੀ ਹਜ਼ਮ ਨਹੀਂ ਹੁੰਦੀ ਹੈਗੀ ਅਤੇ ਸਾਰੇ ਸਰੀਰ ਨੂੰ ਬੁਖਾਰ ਵੀ ਚੜ੍ਹਿਆ ਰਹਿੰਦਾ ਹੈਗਾ। ਸੋ ਕਹਿੰਦੇ ਮੈਨੂੰ ਘਰਦਿਆਂ ਨੇ ਸਲਾਹ ਦਿੱਤੀ ਹੈ ਕਿ ਤੁਸੀਂ ਜਾ ਕੇ ਕਿਸੇ ਚੰਗੇ ਵੱਡੇ ਹੌਸਪੀਟਲ 'ਚ ਜਾ ਕੇ ਆਪਣਾ ਆਪਰੇਸ਼ਨ ਕਰਾ ਲਓ। ਪਰ ਫਿਰ ਸੁੱਚਾ ਸਿੰਘ ਕਹਿਣ ਲੱਗਿਆ ਕਿ ਮੈਂ ਸਾਰੀ ਵਿਚਾਰ ਕਰਕੇ ਹੁਣ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਹੈਗਾ, ਬਾਕੀ ਤੁਸੀਂ ਜਿਸ ਤਰ੍ਹਾਂ ਦਾ ਮੈਨੂੰ ਹੁਕਮ ਦਿਓਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਜਦ ਇਹ ਗੱਲ ਜਿਹੜੀ ਸੀਗੀ ਸੁੱਚਾ ਸਿੰਘ ਹੋਣਾ ਨੇ ਜਿਹੜੀ ਸੀ ਮਹਾਂਪੁਰਖਾਂ ਨੇ ਕੀਤੀ ਆ, ਤਾਂ ਉਸ ਟਾਈਮ ਸੁੱਚਾ ਸਿੰਘ ਨੂੰ ਬੜਾ ਭਾਰੀ ਬੁਖਾਰ ਸੀਗਾ। ਪਰ ਮਹਾਂਪੁਰਖਾਂ ਨੇ ਸੁੱਚਾ ਸਿੰਘ ਜੀ ਵੱਲ ਤੱਕ ਇਹ ਕਿਹਾ ਕਿ ਤੁਸੀਂ ਇਸ ਤਰ੍ਹਾਂ ਪਹਿਲਾਂ ਜਾ ਕੇ ਖੂਹ 'ਤੇ ਇਸ਼ਨਾਨ ਕਰਕੇ ਆਓ। ਜਦ ਖੂਹ 'ਤੇ ਇਸ਼ਨਾਨ ਦੀ ਜਿਹੜੀ ਗੱਲ ਸੀਗੀ ਸੁੱਚਾ ਸਿੰਘ ਨੇ ਸੁਣੀ ਆ, ਅਤੇ ਉਹਨਾਂ ਨੇ ਬਿਨਾਂ ਕਿਸੇ ਝਿਜਕ ਤੋਂ ਉਸੇ ਟਾਈਮ ਉੱਠ ਕੇ ਸਾਹਮਣੇ ਜਿਹੜਾ ਖੂਹ ਸੀਗਾ ਹਲਟ ਚੱਲ ਰਿਹਾ ਸੀ ਉੱਤੇ ਇਸ਼ਨਾਨ ਕੀਤਾ। ਜਦ ਇਸ਼ਨਾਨ ਕਰਕੇ ਸੁੱਚਾ ਸਿੰਘ ਉੱਠਿਆ ਅਤੇ ਉਹਨੇ ਕੀ ਮਹਿਸੂਸ ਕੀਤਾ ਕਿ ਜਿਹੜਾ ਬੁਖਾਰ 24 ਘੰਟੇ ਇੱਥੇ ਪੈਰੋਂ ਚੜ੍ਹਿਆ ਰਹਿੰਦਾ ਸੀਗਾ ਉਹ ਇਸ਼ਨਾਨ ਕਰਨ ਦੇ ਨਾਲ ਹੀ ਉਤਰ ਗਿਆ। ਅਤੇ ਫਿਰ ਸੁੱਚਾ ਸਿੰਘ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਜਿਹੜਾ ਹੋਇਆ। ਫਿਰ ਜਦ ਮਹਾਂਪੁਰਖਾਂ ਦੇ ਕੋਲ ਆ ਕੇ ਦੁਬਾਰਾ ਉਹਨਾਂ ਨੇ ਮੱਥਾ ਟੇਕਿਆ, ਫਿਰ ਬਾਬਾ ਜੀ ਨੇ ਆਪਣੇ ਸੁੱਚਾ ਸਿੰਘ ਹੁਣਾਂ ਨੂੰ 25 ਲੌਂਗ ਜਿਹੜੇ ਸੀਗੇ ਆਪਣੇ ਖੀਸੇ 'ਚੋਂ ਕੱਢ ਕੇ ਦਿੱਤੇ, ਅਤੇ ਨਾਲ ਇਹ ਵੀ ਆਖਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਹੁਣ 12 ਲੌਂਗ ਤੁਸੀਂ ਪਾਣੀ ਦੇ ਨਾਲ ਖਾ ਲੈਣੇ, ਉਸ ਤੋਂ ਬਾਅਦ ਜਦੋਂ ਤੁਸੀਂ ਰੋਟੀ ਖਾਣੀ ਆ, ਰੋਟੀ ਖਾਣ ਤੋਂ ਬਾਅਦ ਫਿਰ 12 ਲੌਂਗ ਜਿਹੜੇ ਸੀ ਬਾਕੀ ਜਿਹੜੇ ਬਚੇ ਇਹ ਦੁਬਾਰਾ ਖਾ ਲੈਣੇ ਆ। ਸੋ ਸੁੱਚਾ ਸਿੰਘ ਨੇ ਇਸੇ ਤਰ੍ਹਾਂ ਕੀਤਾ ਸੀਗਾ ਕਿ 12 ਲੌਂਗ ਪਹਿਲਾਂ ਖਾ ਲਏ ਸੀ ਪਾਣੀ ਨਾਲ, ਫਿਰ ਘਰ ਆ ਕੇ ਰੋਟੀ ਖਾਧੀ, ਰੋਟੀ ਖਾ ਕੇ 12 ਲੌਂਗ ਫਿਰ ਖਾ ਲਏ। ਪਰ ਉਹ ਐਸਾ ਇੱਕ ਜ਼ਿਆਦਾ ਕ੍ਰਿਸ਼ਮਾ ਹੋਇਆ ਕਿ ਸੁੱਚਾ ਸਿੰਘ ਦੇ ਪੇਟ ਦੇ ਵਿੱਚ ਮੁੜ ਕੇ ਜਿਹੜੀ ਸੀ ਉਹ ਦਰਦ ਨਹੀਂ ਹੋਈ। ਫਿਰ ਜਦ ਸੁੱਚਾ ਸਿੰਘ 2-4 ਦਿਨਾਂ ਬਾਅਦ ਮਹਾਂਪੁਰਖਾਂ ਨੂੰ ਇਹ ਸਾਰੀ ਗੱਲ ਦੱਸਣ ਵਾਸਤੇ ਆਇਆ, ਅਤੇ ਉਸ ਟਾਈਮ ਮਹਾਂਪੁਰਖ ਕਿਸੇ ਦੇ ਖੇਤ ਦੇ ਵਿੱਚ ਬੈਠੇ ਸੀਗੇ, ਅਤੇ ਜਿਹੜੇ ਖੇਤ 'ਤੇ ਬੈਠੇ ਸੀਗੇ ਉਹ ਖੇਤ ਦੇ ਜਿਹੜੇ ਘਰ ਵਾਲੇ ਸੀਗੇ ਉਹ ਆਪਣੇ ਖੇਤ ਦੀਆਂ ਜਿਹੜੀਆਂ ਸੀਗੀਆਂ ਉਹ ਕਿਆਰੇ ਬਣਾ ਕੇ ਵੱਟਾਂ ਪਾ ਰਹੇ ਸੀਗੇ। ਪਰ ਜਦ ਸੁੱਚਾ ਸਿੰਘ ਮਹਾਂਪੁਰਖਾਂ ਦੇ ਪਾਸ ਪਹੁੰਚਿਆ ਅਤੇ ਉਹਨਾਂ ਨੇ ਇਹ ਸਾਰੀ ਗੱਲ ਆਪਣੇ ਪੇਟ ਦੀ ਆਰਾਮ ਦੀ ਸੰਗਤਾਂ ਨਾਲ ਸਾਂਝੀ ਕੀਤੀ, ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰੋ, ਆਹ ਜਿਹੜੇ ਕਿਆਰੇ ਆ ਇਹ ਕਿਆਰਿਆਂ ਨੂੰ ਮੋਹਰਿਓਂ ਜਿੰਦਾ ਫੜ ਕੇ ਤਾਂ ਤੁਸੀਂ ਵੱਟਾਂ ਪਾਉਣੀਆਂ ਸ਼ੁਰੂ ਕਰ ਦਿਓ। ਪਰ ਸੁੱਚਾ ਸਿੰਘ ਜਿਹੜਾ ਦਾ ਸਰੀਰ ਜਿਹੜਾ ਸੀਗਾ ਕਿਸੇ ਟਾਈਮ ਕੰਮ ਨਹੀਂ ਸੀ ਕਰਦਾ ਫੜਦਾ, ਪਰ ਮਹਾਂਪੁਰਖਾਂ ਦਾ ਵਚਨ ਮੰਨ ਕੇ ਜਦ ਸੁੱਚਾ ਸਿੰਘ ਨੇ ਜਿੰਦਰਾ ਜਿਹੜਾ ਹੱਥ 'ਚ ਆ ਫੜ ਕੇ ਵੱਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਬਸ ਉਹ ਵੱਟਾਂ ਦਾ ਐਸਾ ਅਸਰ ਹੋਇਆ ਕਿ ਜਿੱਥੇ ਸੁੱਚਾ ਸਿੰਘ ਦੀ ਜਿਹੜੀ ਇੱਕ ਵੀ ਰੋਟੀ ਅੰਦਰ ਖਾਧੀ ਸੀ ਕਦੀ ਪਚਦੀ ਨਹੀਂ ਸੀ, ਪਰ ਉਹ ਸਾਰੀਆਂ ਜਿੰਦੇ ਦੇ ਨਾਲ ਵੱਟਾਂ ਪਾਉਣ ਦੇ ਨਾਲ ਸੁੱਚਾ ਸਿੰਘ ਨੂੰ 4 ਰੋਟੀਆਂ ਦੀ ਇਕੱਠੀ ਭੁੱਖ ਲੱਗਣੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਉਸ ਤੋਂ ਬਾਅਦ ਅੱਜ ਸੁੱਚਾ ਸਿੰਘ ਦਾ ਜਿਹੜਾ ਸਰੀਰ ਸੀਗਾ ਉਹ ਇਸੇ ਤਰ੍ਹਾਂ ਫਿਰ 9 ਬਰ 9 ਹੋਇਆ ਹੈਗਾ। ਇਸੇ ਤਰ੍ਹਾਂ ਸਮਾਂ ਪਾ ਕੇ ਇਹ ਸਰਦਾਰ ਸੁੱਚਾ ਸਿੰਘ ਦੇ ਜਿਹੜੇ ਸੀ ਇਹ 3 ਲੜਕੀਆਂ ਸੀਗੀਆਂ। ਜਦ 3 ਲੜਕੀਆਂ ਸੀਗੀਆਂ ਅਤੇ ਮਹਾਂਪੁਰਖਾਂ 'ਤੇ ਸ਼ਰਧਾ ਵਧਣ ਕਰਕੇ ਇਹ ਆਪਣੇ ਲੜਕੇ ਦੀ ਇੱਛਾ ਕਰਕੇ ਫਿਰ ਦੁਬਾਰਾ ਜਦੋਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਗਏ ਆ, ਅਤੇ ਫਿਰ ਮਹਾਂਪੁਰਖ ਇਹਨਾਂ ਨੂੰ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਾ ਕੇ ਇੱਕ ਪੇਦਨੀ ਵਾਲੇ ਆ ਜਿਨ੍ਹਾਂ ਦਾ ਨਾਂ ਹੈਗਾ ਰਾਮ ਪੰਡਤ, ਉਹਨਾਂ ਦੇ ਕੋਲ ਜਾ ਕੇ ਇਸ ਲੜਕੇ ਦੀ ਮੰਗ ਕਰੋ। ਅਤੇ ਜਦ ਫਿਰ ਸੁੱਚਾ ਸਿੰਘ ਨੇ ਮਹਾਂਪੁਰਖ ਨੂੰ ਆਖਿਆ ਕਿ ਮਹਾਂਪੁਰਖੋ ਤੁਸੀਂ ਮੈਨੂੰ ਐਡੀ ਦੂਰ ਨਾ ਭੇਜੋ, ਤੁਸੀਂ ਆਪ ਹੀ ਇਹ ਕਿਰਪਾ ਕਿਉਂ ਨਾ ਕਰੋ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਨਹੀਂ ਭਾਈ ਬਚਨ ਮੰਨੀਦਾ ਹੁੰਦਾ, ਬਚਨ ਮੰਨਣ ਵਿੱਚ ਹੀ ਸੁੱਖ ਹੈ। ਸੋ ਇਹ ਗੱਲ ਸੁਣ ਕੇ ਫਿਰ ਸੁੱਚਾ ਸਿੰਘ ਜਿਹੜੇ ਪੇਦਨੀ ਵਾਲੇ ਇੱਕ ਪੰਡਤ ਸੀਗੇ ਕਾਫੀ ਵੱਡੇ ਵਿਦਵਾਨ ਜਿਨ੍ਹਾਂ ਦਾ ਨਾਮ ਜਿਹੜੇ ਲੋਕੀ ਉਹਨਾਂ ਟਾਈਮ ਵਿੱਚ ਰਾਮ ਪੰਡਤ ਕਹਿੰਦੇ ਹੁੰਦੇ ਸੀ, ਜਦ ਇਹਨਾਂ ਦੇ ਕੋਲ ਗਏ ਆ ਅਤੇ ਰਾਮ ਪੰਡਤ ਨੂੰ ਜਾ ਕੇ ਫਿਰ ਸੁੱਚਾ ਸਿੰਘ ਨੇ ਸਾਰੀ ਗੱਲ ਦੱਸੀ ਹੈ ਕਿ ਮੈਨੂੰ ਸੰਤ ਉੱਤਰਦੇਵ ਜੀ ਨੇ ਆਪਦੇ ਪਾਸ ਭੇਜਿਆ ਹੈਗਾ ਕਿ ਮੇਰੇ 3 ਲੜਕੀਆਂ ਹੈਗੀਆਂ, ਫਿਰ ਮੇਰੇ ਲੜਕਾ ਕੋਈ ਨਹੀਂ ਹੈ। ਪਰ ਰਾਮ ਪੰਡਤ ਨੇ ਸਾਰੀ ਗੱਲ ਬੁੱਝ ਕੇ ਸੁੱਚਾ ਸਿੰਘ ਨੂੰ ਕਹਿ ਤਾ ਕਿ ਕੰਮ ਤਾਂ ਸੰਤਾਂ ਨੇ ਜਿਹੜਾ ਆਪ ਹੀ ਕਰ ਦਿੱਤਾ ਹੈਗਾ, ਪਰ ਆਪਣੇ ਆਪ ਨੂੰ ਲੁਕਾ ਕੇ ਮੈਨੂੰ ਪ੍ਰਗਟ ਕਰਨ ਵਾਸਤੇ ਜਾਂ ਮੈਨੂੰ ਸ਼ਾਬਾਸ਼ ਦੇਣ ਵਾਸਤੇ ਸਾਰਾ ਕੰਮ ਕੀਤਾ ਹੈ। ਅਸਲ ਦੇ ਵਿੱਚ ਜਿਹੜੀ ਇੱਛਾ ਹੈ ਉਹ ਤਾਂ ਤੁਹਾਨੂੰ ਸੰਤਾਂ ਨੇ ਉਸੇ ਟਾਈਮ ਹੀ ਪੂਰੀ ਕਰ ਦਿੱਤੀ ਆ। ਸੋ ਸਮਾਂ ਪਾ ਕੇ ਫਿਰ ਅਗਲੇ ਸਾਲ ਵੀ ਫਿਰ ਸਰਦਾਰ ਸੁੱਚਾ ਸਿੰਘ ਜਿਹੜੇ ਸੀਗੇ ਇਹਨਾਂ ਦੇ ਵੀ 3 ਲੜਕੀਆਂ ਤੋਂ ਬਾਅਦ ਫਿਰ 1 ਲੜਕਾ ਹੋਇਆ ਸੀਗਾ। ਇਸ ਤਰ੍ਹਾਂ ਇੱਕ ਮਹਿੰਦਰ ਸਿੰਘ ਜੀ ਹੋਏ ਆ, ਇਹ ਵੀ ਜਿਹੜੇ ਸੀ ਇਹ ਵੀ ਕਾਫੀ ਖੇਤੀਬਾੜੀ ਦਾ ਕੰਮ ਕਰਦੇ ਹੁੰਦੇ ਸੀਗੇ, ਅਤੇ ਪਰ ਇਹਨਾਂ ਦੀ ਗਰੀਬੀ ਨਹੀਂ ਸੀ ਜਾਂਦੀ ਹੁੰਦੀ। ਇੱਕ ਵਾਰ ਮਹਿੰਦਰ ਸਿੰਘ ਜਿਹੜੇ ਸੀ ਮਹਾਂਪੁਰਖਾਂ ਦੇ ਕੋਲ ਪਹੁੰਚੇ ਆ, ਕੋਲ ਪਹੁੰਚ ਕੇ ਤਾਂ ਮਹਾਂਪੁਰਖਾਂ ਨਾਲ ਗੱਲ ਕੀਤੀ ਕਿ ਮਹਾਂਪੁਰਖ ਅਸੀਂ ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਾਂ,
ਪਰ ਘਰ ਦੇ ਵਿੱਚ ਗਰੀਬੀ ਨਹੀਂ ਜਾਂਦੀ ਹੈਗੀ, ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਬਰਕਤ ਨਹੀਂ ਬਣਦੀ ਹੈਗੀ ਆ। ਦੱਸੋ ਅਸੀਂ ਕੀ ਕਰੀਏ। ਫਿਰ ਮਹਾਂਪੁਰਖਾਂ ਨੇ ਜਿਹੜੀ ਇਹ ਗੱਲ ਦੱਸੀ ਸੀ ਇਹਨਾਂ ਨੂੰ, ਕਹਿੰਦੇ ਭਾਈ 24 ਘੰਟੇ ਅੱਠੇ ਪਰ ਕੰਮ ਕਰਨਾ ਗਰੀਬੀ ਨਹੀਂ ਜਾਂਦੀ। ਹਾਂ, ਕੰਮ ਕਰਨਾ, ਕਿਰਤ ਕਰਨੀ ਵੀ ਜ਼ਰੂਰੀ ਹੈ, ਪਰ ਕਿਰਤ ਕਰਨ ਤੋਂ ਪਹਿਲਾਂ ਨਾਮ ਜਪਣਾ, ਸਤਸੰਗ ਕਰਨਾ ਜਿਹੜਾ ਸੀਗਾ ਨਾ, ਇਹ ਬੜਾ ਜ਼ਰੂਰੀ ਹੈ। ਜਦ ਮਹਾਂਪੁਰਖਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਦੇ ਉਪਦੇਸ਼ ਦਿੱਤੇ ਕਿ ਤੁਸੀਂ ਸਤਸੰਗ ਕਰੋ, ਨਾਮ ਜਪੋ, ਦਾਨ ਕਰੋ ਅਤੇ ਕਿਸੇ ਨੂੰ ਕੌੜੇ ਬਚਨ ਨਾ ਬੋਲੋ, ਕਿਸੇ ਦਾ ਦਿਲ ਨਾ ਦਿਖਾਵੋ ਅਤੇ ਕਿਸੇ ਦਾ ਪਰਾਇਆ ਹੱਕ ਨਾ ਲਵੋ, ਅਤੇ ਇਸ ਤਰ੍ਹਾਂ ਦੇ ਜਦ ਬਚਨ ਦਿੱਤੇ ਆ ਅਤੇ ਫਿਰ ਇਹ ਜਿਹੜੇ ਮਹਿੰਦਰ ਸਿੰਘ ਸੀ ਮਹਾਂਪੁਰਖਾਂ ਦੇ ਬਚਨ ਸੁਣਦੇ ਚੁੱਪ ਕਰ ਗਏ। ਪਰ ਮਹਾਂਪੁਰਖ ਜਿਹੜੇ ਸੀ ਮਹਿੰਦਰ ਸਿੰਘ ਦੇ ਖੇਤ ਵਿੱਚੋਂ ਦੀ ਇਸ ਤਰ੍ਹਾਂ ਦਾ ਜਿਹੜੇ ਸੀ ਬਚਨ ਕਰਦੇ ਜਦ ਇੱਕ ਵਾਰੀ ਲੰਘ ਰਹੇ ਸੀਗੇ ਅਤੇ ਇਹਨਾਂ ਦੇ ਇੱਕ ਖੇਤ ਦੀ ਤਿਰਛੀ ਵੱਟ ਸੀਗੀ। ਜਦ ਤਿਰਛੀ ਵੱਟ ਸੀਗੀ ਤਾਂ ਸੰਤਾਂ ਨੇ ਮਹਿੰਦਰ ਸਿੰਘ ਨੂੰ ਆਖਿਆ ਵੀ ਜੇ ਆ ਜਿਹੜੇ ਤੁਹਾਡੇ ਖੇਤ ਦੀ ਤਿਰਛੀ ਵੱਟ ਜੇ ਆਪਾਂ ਸਿੱਧੀ ਕਰ ਲਈਏ ਤਾਂ ਕੀ ਖਿਆਲ ਹੈ। ਅਤੇ ਮਹਿੰਦਰ ਸਿੰਘ ਕਹਿਣ ਲੱਗੇ ਮਹਾਂਪੁਰਖੋ ਫਿਰ ਤਾਂ ਬਹੁਤ ਸੋਹਣੀ ਗੱਲ ਹੈਗਾ। ਅਤੇ ਮਹਾਂਪੁਰਖ ਕਹਿੰਦੇ ਫਿਰ ਚਲੋ ਇਸ ਤਰ੍ਹਾਂ ਕਰੋ, ਤੁਸੀਂ ਆ ਜਿਹੜਾ ਤੁਹਾਡਾ ਗੁਆਂਢੀ ਕਿਸਾਨ ਹੈਗਾ ਇਹਨੂੰ ਸੱਦ ਕੇ ਲਿਆਓ ਅਤੇ ਇਹਦੇ ਨਾਲ ਆਪਾਂ ਗੱਲ ਕਰਕੇ ਦੇਖ ਲੈਂਦੇ ਹਾਂ। ਫਿਰ ਮਹਿੰਦਰ ਸਿੰਘ ਜਿਹੜੇ ਸੀਗੇ ਸੰਤਾਂ ਦੇ ਕਹੇ 'ਤੇ ਉਹ ਜਿਹੜਾ ਗੁਆਂਢ ਦਾ ਕਿਸਾਨ ਸੀਗਾ ਉਹਨੂੰ ਸੱਦ ਕੇ ਲਿਆਏ। ਪਰ ਜਦੋਂ ਗੁਆਂਢੀ ਕਿਸਾਨ ਆਇਆ ਉਹਨੇ ਸੰਤ ਬਾਬਾ ਉਤਰ ਦੇਵ ਜੀ ਨੂੰ ਇਹਨਾਂ ਦੇ ਖੇਤ 'ਚ ਖੜੇ ਦੇਖਿਆ ਅਤੇ ਬੜਾ ਪ੍ਰਸੰਨ ਹੋਇਆ। ਉਹਨੇ ਆ ਕੇ ਮੱਥਾ ਟੇਕਿਆ ਅਤੇ ਮਹਾਂਪੁਰਖਾਂ ਨੇ ਕਹਿਣ ਲੱਗੇ ਭਾਈ ਇਹ ਤੁਹਾਡੇ ਜਿਹੜੀ ਦੋਨਾਂ ਦੇ ਖੇਤ ਦੀ ਜਿਹੜੀ ਸਾਂਝੀ ਵੱਟ ਨਾ ਤਿਰਛੀ ਆ, ਜੇ ਆਪਾਂ ਜ਼ਮੀਨ ਨੂੰ ਥੋੜ੍ਹਾ ਜਿਹਾ ਇੱਧਰੋਂ ਉੱਧਰੋਂ ਲੈ ਦੇ ਕੇ ਵੱਟ ਸਿੱਧੀ ਕਰ ਲਈਏ, ਤੇਰਾ ਕੀ ਖਿਆਲ ਹੈ। ਅਤੇ ਫਿਰ ਨਾਲ ਦਾ ਜਿਹੜਾ ਜ਼ਿਮੀਂਦਾਰ ਸੀ ਕਹਿਣ ਲੱਗਾ ਜੀ ਸਾਨੂੰ ਤਾਂ ਬੜੀ ਖੁਸ਼ੀ ਹੈਗੀ ਆ, ਅਗਰ ਇਹ ਵੱਟ ਸਿੱਧੀ ਹੋ ਜਾਵੇ, ਬਾਕੀ ਜਿਵੇਂ ਤੁਸੀਂ ਕਰਨਾ ਤੁਸੀਂ ਕਰਦੇ ਹੋ, ਅਸੀਂ ਬੜੇ ਖੁਸ਼ ਹਾਂ। ਸੋ ਮਹਾਂਪੁਰਖਾਂ ਨੇ ਉਹ ਜਿਹੜੀ ਵੱਟ ਸੀ ਦੋਨਾਂ ਧਿਰਾਂ ਦੇ ਵਿੱਚ ਉਹ ਥੋੜ੍ਹਾ ਜ਼ਮੀਨ ਜਿਹੜੀ ਇੱਧਰੋਂ ਉੱਧਰੋਂ ਲੈ ਦੇ ਕੇ ਤਾਂ ਫਿਰ ਇਹ ਵੱਟ ਸਿੱਧੀ ਕਰਾਤੀ। ਬਸ ਵੱਟ ਕਾਹਦੀ ਸਿੱਧੀ ਕਰਾਈ, ਮਹਿੰਦਰ ਸਿੰਘ ਦੇ ਘਰ ਦੇ ਜਿਹੜੇ ਸੀ ਫਿਰ ਉਹ ਬਾਰੇ ਨਿਆਰੇ ਹੋ ਗਏ। ਘਰ ਦੇ ਵਿੱਚ ਜਿਹੜੇ ਸੀ ਉਹ ਇਨਕਮ ਦੇ ਵਾਧੇ ਹੋਣੇ ਸ਼ੁਰੂ ਹੋ ਗਏ, ਸੁੱਖ ਸ਼ਾਂਤੀ ਹੋ ਗਈ, ਘਰ ਦੇ ਵਿੱਚ ਦੇਹ ਰੋਗਤਾ ਆ ਗਈ। ਭਾਵ ਕਿ ਜਿਹੜੀ ਘਰ ਦੀ ਸਾਰੀ ਗਰੀਬੀ ਸੀ ਨਾ ਮਹਿੰਦਰ ਸਿੰਘ ਦੀ, ਇਹ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਸਾਰੀ ਹੱਲ ਕਰ ਦਿੱਤੀ, ਚੱਕ ਦਿੱਤੀ ਸੀ। ਸੋ ਇੱਕ ਵਾਰ ਬਾਬਾ ਉਤਰ ਦੇਵ ਜੀ ਨੇ ਇਸ ਤਰ੍ਹਾਂ ਇੱਕ ਵਾਰੀ ਭੰਡਾਰਾ ਜਦ ਲੰਗਰ ਦਾ ਲਾਇਆ, ਲੰਗਰ ਦਾ ਭੰਡਾਰਾ ਜਦ ਲਾਉਂਦੇ ਸਾਰ ਮਹਾਂਪੁਰਖਾਂ ਨੇ ਕਿਹਾ ਕਿ ਸਾਨੂੰ ਇੱਕ ਐਸਾ ਵਧੀਆ ਹਲਵਾਈ ਲੈ ਕੇ ਦਿਓ ਜੋ ਸੋਹਣੇ ਢੰਗ ਨਾਲ ਜਲੇਬੀਆਂ ਬਣਾ ਕੇ ਸਾਰੀ ਸੰਗਤ ਨੂੰ ਛਕਾ ਸਕੇ। ਸੋ ਮਹਾਂਪੁਰਖਾਂ ਦੇ ਕਹੇ 'ਤੇ ਸੰਗਤ ਨੇ ਇੱਕ ਹਲਵਾਈ ਕੀਤਾ ਅਤੇ ਜਦ ਹਲਵਾਈ ਨਾਲ ਸਾਰੀ ਗੱਲਬਾਤ ਕੀਤੀ ਤਾਂ ਫਿਰ ਹਲਵਾਈ ਕਹਿਣ ਲੱਗਾ, ਕਹਿੰਦਾ ਜੀ ਤੁਸੀਂ ਜਲੇਬੀਆਂ ਦਾ ਫਿਕਰ ਨਾ ਕਰੋ, ਮੈਂ ਤਾਂ ਜਲੇਬੀਆਂ ਦੀਆਂ ਲੈਣਾ ਲਵਾ ਕੇ ਰੱਖ ਦੂੰਗਾ। ਜਦ ਹਲਵਾਈ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਤਾਂ ਫਿਰ ਉਹਨੇ ਇਹ ਵੀ ਨਾਲ ਕਹਿ ਤਾ ਕਿ ਜਦੋਂ ਮੈਂ ਜਲੇਬੀਆਂ ਕੱਢੂੰਗਾ ਤੁਸੀਂ ਕੱਢਦੇ ਸੰਗਤ ਨੂੰ ਵਰਤਾਉਣੀਆਂ ਸ਼ੁਰੂ ਕਰ ਦੇ ਤਾਂ ਮੈਂ ਕਦੀ ਪੂਰ ਖਤਮ ਨਹੀਂ ਹੋਣ ਦਊਂਗਾ। ਪਰ ਜਦੋਂ ਉਹ ਜਿਹੜਾ ਭੰਡਾਰੇ ਦਾ ਦਿਨ ਸੀਗਾ ਜਾਂ ਨਿਯਤ ਸਮੇਂ 'ਤੇ ਹਲਵਾਈ ਆਪਣਾ ਸਾਰਾ ਸਮਾਨ ਲੈ ਕੇ ਆਇਆ, ਜਦ ਹਲਵਾਈ ਨੇ ਆਉਂਦਿਆਂ ਸਾਰੇ ਜਲੇਬੀਆਂ ਦਾ ਸਾਰਾ ਜਿਹੜਾ ਸੀਗਾ ਉਹ ਮੈਦਾ ਵਗੈਰਾ ਸਭ ਤਿਆਰ ਕਰਕੇ ਜਦ ਜਲੇਬੀਆਂ ਦਾ ਪਹਿਲਾ ਪੂਰ ਕੱਢਣਾ ਚਾਹਿਆ ਤਾਂ ਉਹ ਜਿਹੜਾ ਪਹਿਲਾ ਪੂਰ ਸੀਗਾ ਉਹ ਨਿਕਲੇ ਨਾ। ਜਦ ਨਾ ਨਿਕਲੇ ਜਿਹੜਾ ਹਲਵਾਈ ਸੀਗਾ ਉਹ ਬੜਾ ਹੈਰਾਨ ਹੋਇਆ, ਬਥੇਰਾ ਜ਼ੋਰ ਲਾਵੇ ਪਰ ਪਹਿਲਾ ਪੂਰ ਨਾ ਨਿਕਲੇ। ਪਰ ਦੇਖ ਕੇ ਸੰਗਤ ਵੀ ਜਿਹੜੀ ਸੀ ਬੜੀ ਹੈਰਾਨ ਹੋਈ। ਉਹਨਾਂ ਨੇ ਜਾ ਕੇ ਸੰਤ ਉਤਰ ਦੇਵ ਜੀ ਨੂੰ ਦੱਸਿਆ ਕਿ ਸੰਗਤਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਪੰਗਤਾਂ 'ਚ ਬੈਠ ਗਈਆਂ, ਪਰ ਹਲਵਾਈ ਦਾ ਪਹਿਲਾ ਜਲੇਬੀਆਂ ਦਾ ਪੂਰ ਹੀ ਨਹੀਂ ਨਿਕਲ ਰਿਹਾ। ਅਤੇ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਉਹ ਤਾਂ ਕਹਿੰਦਾ ਸੀਗਾ ਕਿ ਮੈਂ ਤਾਂ ਜਲੇਬੀਆਂ ਦੇ ਢੇਰ ਲਾ ਦੂੰਗਾ, ਪਰ ਹੁਣ ਉਹਨਾਂ ਨੂੰ ਕਹੋ ਭਾਈ ਜੇ ਜਲੇਬੀਆਂ ਦੇ ਢੇਰ ਲਾ ਦੇਵੇ ਤਾਂ ਫਿਰ ਹੀ ਜਿਹੜਾ ਸੰਗਤ ਜਿਹੜੀ ਹੈ ਉਹ ਛਕੂਗੀ। ਜਦ ਮਹਾਂਪੁਰਖਾਂ ਨੇ ਜਿਹੜੀ ਇਹ ਗੱਲ ਕਹੀ ਆ ਅਤੇ ਫਿਰ ਸੰਗਤ ਨੇ ਜਦ ਹਲਵਾਈ ਨੂੰ ਦੱਸਿਆ ਅਤੇ ਹਲਵਾਈ ਦੇ ਫਿਰ ਮਨ 'ਚ ਆਇਆ ਵੀ ਅਸਲ ਦੇ ਵਿੱਚ ਮੈਂ ਜਿਹੜੀ ਸੀਗੀ ਆਪਣੀ ਜੋ ਹਉਮੈ ਸੀਗੀ ਜਾਂ ਜਿਹੜੇ ਬਚਨ ਸੀਗੇ ਇਹ ਉਸ ਟਾਈਮ ਕਹੇ ਆ ਕਿ ਤੁਸੀਂ ਫਿਕਰ ਨਾ ਕਰੋ, ਮੈਂ ਜਲੇਬੀਆਂ ਦੀਆਂ ਲਾਈਨਾਂ ਲਵਾ ਦੂੰਗਾ, ਢੇਰ ਲਵਾ ਦੂੰਗਾ, ਮੇਰੀ ਗਲਤੀ ਹੈਗੀ ਆ। ਪਰ ਹੁਣ ਮੇਰੇ ਤੋਂ ਪਹਿਲਾਂ ਪੂਰ ਜਿਹੜਾ ਹੈਗਾ ਜਲੇਬੀਆਂ ਦਾ ਉਹ ਨਹੀਂ ਨਿਕਲਿਆ। ਇਹ ਸੋਚ ਕੇ ਫਿਰ ਹਲਵਾਈ ਜਿਹੜਾ ਸੀਗਾ ਮਹਾਂਪੁਰਖਾਂ ਦੇ ਕੋਲ ਆਇਆ, ਆ ਕੇ ਮੱਥਾ ਟੇਕੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਮਾफ़ ਕਰ ਦਿਓ ਕਿਉਂਕਿ ਮੇਰੇ ਕੋਲ ਜਿਹੜੇ ਬਚਨ ਸੀ ਨਾ ਸਹਿਜ ਸਵਾਈ ਨਿਕਲ ਗਏ ਸੀਗੇ। ਫਿਰ ਮਹਾਂਪੁਰਖਾਂ ਨੇ ਹਲਵਾਈ ਨਹੀਂ ਦੱਸਿਆ ਸੀਗਾ। ਉਹ ਕਹਿੰਦੇ ਭਾਈ ਗੱਲ ਇੱਕ ਹੈਗੀ ਆ ਕਿ ਇਹ ਜਿਹੜਾ ਭੰਡਾਰਾ ਹੈ ਲੰਗਰ ਦਾ ਇਹ ਗੁਰੂ ਨਾਨਕ ਸਾਹਿਬ ਦਾ ਹੈਗਾ। ਸੋ ਇਹ ਲੰਗਰ ਦਾ ਭੰਡਾਰਾ ਹੈਗਾ, ਨਾ ਕਿ ਕਿਸੇ ਦੀ ਵਿਆਹ ਜਾਂ ਸ਼ਾਦੀ ਦੇ ਵਿੱਚ ਆਪਸੀ ਜਿਹੜੀਆਂ ਜਲੇਬੀਆਂ ਵਰਤਾਉਣੀਆਂ ਹੈਗੀਆਂ। ਸੋ ਜਦ ਵੀ ਭੰਡਾਰੇ ਦੇ ਵਿੱਚ ਸੇਵਾ ਕਰਨੀ ਆ, ਲੰਗਰ 'ਚ ਸੇਵਾ ਕਰਨੀ ਆ, ਉਸ ਟਾਈਮ ਨਿਮਰਤਾ ਦਾ ਪੱਲਾ ਹਮੇਸ਼ਾ ਫੜ ਕੇ ਰੱਖਣਾ ਚਾਹੀਦਾ ਹੈਗਾ ਅਤੇ ਆਪਣੀਆਂ ਇਹ ਜਿਹੜੀਆਂ ਹੈਂਕੜ ਭਰੀਆਂ ਗੱਲਾਂ ਇਹ ਤੋਂ ਦੂਰ ਰਹਿਣਾ ਚਾਹੀਦਾ ਹੈਗਾ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਜਿਹੜਾ ਸੀ ਉਹ ਹਲਵਾਈ ਨੂੰ ਦਿੱਤਾ ਅਤੇ ਫਿਰ ਉਹ ਹਲਵਾਈ ਜਿਹੜਾ ਸੀਗਾ ਉਪਦੇਸ਼ ਸੁਣ ਕੇ ਚੁੱਪ ਕਰ ਗਿਆ। ਪਰ ਅੱਗੇ ਬਸ ਤੋਂ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲਬਾਤ ਅੱਗੇ ਆ ਇਹ ਕਰਨ ਤੋਂ ਹਲਵਾਈ ਨੇ ਜਿਹੜੀ ਸੀਗੀ ਮਹਾਂਪੁਰਖਾਂ ਤੋਂ ਮਾफ़ੀ ਮੰਗੀ ਆ। ਫਿਰ ਜਦੋਂ ਦੁਬਾਰਾ ਆ ਕੇ ਹਲਵਾਈ ਨੇ ਜਦ ਜਲੇਬੀਆਂ ਕੱਢਣੀਆਂ ਸ਼ੁਰੂ ਕੀਤੀਆਂ
ਤਾਂ ਫਿਰ ਜਿਹੜਾ ਪੂਰ ਜਿਹੜਾ ਯਤਨ ਕਰਕੇ ਬਿਲਕੁਲ ਨਹੀਂ ਸੀ ਜਿਹੜਾ ਉਹ ਨਿਕਲ ਰਿਹਾ, ਉਹ ਉਸੇ ਟਾਈਮ ਜਲੇਬੀਆਂ ਜਿਹੜੀਆਂ ਸੀ ਉਹ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਸੀ ਉਹ ਨਿਕਲਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਇਹ ਜਿਹੜੀ ਲੰਗਰ ਦੇ ਭੰਡਾਰੇ ਦੀ ਰਸਮ ਸੀਗੀ ਇਹ ਫਿਰ ਪੂਰੀ ਹੋਈ ਆ। ਇਸੇ ਤਰ੍ਹਾਂ ਇੱਕ ਬਸਤਾ ਸਿੰਘ ਜੀ ਹੋਏ ਆ, ਉਹਨਾਂ ਦਾ ਇੱਕ ਲੜਕਾ ਜਿਹਦਾ ਨਾਂ ਕੌਰ ਸਿੰਘ ਸੀਗਾ ਨਾ, ਉਹ ਸਮਾਂ ਪਾ ਕੇ ਸਖਤ ਬਿਮਾਰ ਹੋਇਆ। ਜਦ ਬਿਮਾਰ ਹੋਇਆ ਤੇ ਉਹਦੇ ਬਚਨ ਦੀ ਜਿਹੜੀ ਸੀ ਨਾ ਕੋਈ ਉਮੀਦ ਨਹੀਂ ਰਹੀ। ਤੇ ਬਸਤਾ ਸਿੰਘ ਨੇ ਮਹਾਂਪੁਰਖਾਂ ਦਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਪ੍ਰਤਾਪ ਸੁਣਿਆ ਸੀਗਾ। ਸੋ ਬਸਤਾ ਸਿੰਘ ਜਿਹੜੇ ਸੀ ਰੋਂਦੇ ਹੋਏ ਦੌੜੇ ਜਾ ਕੇ ਮਹਾਂਪੁਰਖਾਂ ਦੇ ਪਾਸ ਗਏ ਆ। ਜਦ ਗਏ ਆ ਤੇ ਜਦ ਮਹਾਂਪੁਰਖਾਂ ਦੇ ਨਾਲ ਬਸਤਾ ਸਿੰਘ ਨੇ ਰੋ ਕੇ ਆਪਣਾ ਜਿਹੜਾ ਲੜਕਾ ਕੌਰ ਸਿੰਘ ਦੀ ਇਹ ਸਾਰੀ ਹਾਲਤ ਦੱਸੀ ਆ। ਉਸ ਟਾਈਮ ਮਹਾਂਪੁਰਖ ਜਿਹੜੇ ਸੀਗੇ ਉਹਨਾਂ ਨੇ ਉਸੇ ਟਾਈਮ ਉੱਠ ਕੇ ਜਿਹੜਾ ਦਰਵਾਜ਼ਾ ਸੀਗਾ, ਦਰਵਾਜ਼ੇ ਦੀ ਜਿਹੜੀ ਉੱਪਰਲੀ ਲੱਕੜ ਸੀਗੀ ਉਹਨੂੰ ਹੱਥ ਪਾ ਲਿਆ। ਜਦ ਉੱਪਰਲੇ ਦਰਵਾਜ਼ੇ ਦੀ ਚਗਾਠ ਦੀ ਲੱਕੜ ਨੂੰ ਮਹਾਂਪੁਰਖਾਂ ਨੇ ਜਿਹੜਾ ਹੱਥ ਪਾਇਆ, ਹੱਥ ਪਾ ਕੇ ਤਾਂ ਬਸਤਾ ਸਿੰਘ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਾ ਕੇ ਆਪਣੇ ਲੜਕੇ ਨੂੰ ਹੈ ਨਾ 2 ਘੁੱਟ ਪਾਣੀ ਦੇ ਪਿਲਾਵੋ ਅਤੇ ਬਾਕੀ ਜਿਹੜਾ ਬਚਿਆ ਪਾਣੀ ਹੈ ਨਾ ਉਹਦੇ ਉੱਤੇ ਛੱਟੇ ਮਾਰ ਦਿਓ। ਸੋ ਮਹਾਂਪੁਰਖਾਂ ਦਾ ਬਚਨ ਮੰਨਦੇ ਸਾਰੇ ਹੈ ਨਾ ਬਸਤਾ ਸਿੰਘ ਨੇ ਇਸ ਤਰ੍ਹਾਂ ਕੀਤੀ ਹੈ ਕਿ ਘਰ ਆ ਕੇ ਆਪਣੇ ਲੜਕੇ ਨੂੰ ਜਿਹੜਾ ਸੀਗਾ 2 ਘੁੱਟ ਪਾਣੀ ਦੇ ਪਿਲਾਏ, ਜਾਂ ਬਾਕੀ ਜਿਹੜਾ ਬਚਿਆ ਪਾਣੀ ਸੀਗਾ ਉਹਦੇ ਛੱਟੇ ਮਾਰੇ ਆ। ਪਰ ਜਦੋਂ ਬਸਤਾ ਸਿੰਘ ਨੇ ਇਸ ਤਰ੍ਹਾਂ ਕੀਤੀ ਇੱਕ ਜ਼ਾਹਰੀ ਕੌਤਕ ਹੋਇਆ ਤਾਂ ਉਹਨਾਂ ਦਾ ਜਿਹੜਾ ਲੜਕਾ ਬੇਹੋਸ਼ ਸੀਗਾ ਉਹਨੂੰ ਸੁਰਤ ਆ ਗਈ। ਜਦ ਸੁਰਤ ਆਈ ਆ ਤੇ ਉਹ ਕੁਛ ਚਿਰ ਬਾਅਦ ਉੱਠ ਕੇ ਬਹਿ ਗਿਆ। ਪਰ ਇੱਧਰੋਂ ਫਿਰ ਬਸਤਾ ਸਿੰਘ ਨੇ ਇਹ ਖਬਰ ਜਦੋਂ ਦੁਬਾਰਾ ਮਹਾਂਪੁਰਖ ਨੂੰ ਦੱਸਣ ਵਾਸਤੇ ਦੁਬਾਰਾ ਫੇਰ ਆਇਆ, ਜਦ ਕਿ ਦੇਖਿਆ ਤਾਂ ਮਹਾਂਪੁਰਖ ਇਸੇ ਤਰ੍ਹਾਂ ਉਹ ਜਿਹੜੀ ਚਗਾਠ ਸੀਗੀ ਉੱਥੇ ਖੜੇ ਸੀਗੇ, ਪਰ ਆਪਣੇ ਹੱਥ ਜਿਹੜਾ ਉੱਪਰ ਚਗਾਠ ਦੇ ਜਿਹੜੇ ਸੇਰਵੇ ਸੀਗੇ ਹਨ ਉਹਨੂੰ ਪਾਏ ਸੀਗੇ। ਅਤੇ ਜਦੋਂ ਆ ਕੇ ਬਸਤਾ ਸਿੰਘ ਨੇ ਦੱਸਿਆ ਜੀ ਮੇਰੇ ਲੜਕੇ ਨੂੰ ਹੋਸ਼ ਆ ਗਈ ਆ, ਉਹ ਹੁਣ ਉੱਠ ਕੇ ਵੀ ਬਹਿ ਗਿਆ ਹੈ। ਫਿਰ ਮਹਾਂਪੁਰਖਾਂ ਨੇ ਉਹ ਜਿਹੜਾ ਚਗਾਠ ਦੇ ਉੱਪਰ ਆਪਣੇ ਹੱਥ ਪਾਏ ਸੀ ਉਹਨੂੰ ਛੱਡ ਦਿੱਤੇ ਅਤੇ ਛੱਡ ਕੇ ਜਿਹੜੇ ਸੀਗੇ ਬਸਤਾ ਸਿੰਘ ਨੂੰ ਜਿਹੜਾ ਇਹ ਕਹਿਤਾ ਸੀਗਾ ਕਿ ਹੁਣ ਇਹਦਾ ਜਿਹੜਾ ਸੀਗਾ ਉਹ ਔਖਾ ਸਮਾਂ ਕੱਟਿਆ ਗਿਆ ਹੈਗਾ, ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇਸੇ ਤਰ੍ਹਾਂ ਨਾ ਇੱਕ ਸੇਠ ਕਸਤੂਰੀ ਲਾਲ ਜੀ ਹੋਏ ਆ। ਇਹ ਕਸਤੂਰੀ ਲਾਲ ਜਿਹੜੇ ਸੀਗੇ ਇਹ ਵੀ ਮਹਾਂਪੁਰਖਾਂ ਦੇ ਕਾਫੀ ਭਾਰੇ ਸੇਵਕ ਸੀਗੇ। ਇੱਕ ਵਾਰ ਸਮਾਂ ਬਣਿਆ ਕਸਤੂਰੀ ਲਾਲ ਦੇ ਕੁਝ ਸੱਜਣ ਮਿੱਤਰ ਜਿਹੜੇ ਸੀਗੇ ਉਹ ਸੰਤ ਉਤਰਜੀਤ ਜੀ ਜਦ ਦਰਸ਼ਨ ਕਰਨ ਵਾਸਤੇ ਚੱਲੇ, ਉਹਨਾਂ ਨੇ ਸਲਾਹ ਕੀਤੀ ਕਿ ਚਲੋ ਜਾਣਾ ਤਾਂ ਹੈਗਾ ਹੀ ਹੈ ਅਤੇ ਨਾਲ ਕਸਤੂਰੀ ਲਾਲ ਨੂੰ ਵੀ ਲੈ ਚੱਲਦੇ ਹਾਂ। ਸੋ ਇਕੱਠੇ ਹੋ ਕੇ ਕਸਤੂਰੀ ਲਾਲ ਜੀ ਦੇ ਕੋਲ ਜਦ ਪਹੁੰਚੇ ਆ ਅਤੇ ਜਦ ਕਸਤੂਰੀ ਲਾਲ ਦਾ ਜਿਹੜਾ ਉੱਪਰਲਾ ਚੁਬਾਰਾ ਸੀਗਾ ਇਹ ਇਕੱਠੇ ਹੋ ਕੇ ਉੱਤੇ ਬੈਠੇ ਆ ਅਤੇ ਕਸਤੂਰੀ ਲਾਲ ਨੇ ਮਨ 'ਚ ਸੋਚਿਆ ਵੀ ਬਾਬਾ ਉੱਤਰਦੇਵ ਜੀ ਦੀ ਜਿਹੜੀ ਸਾਰੀ ਸੰਗਤ ਹੈ ਇੱਥੇ ਪਹੁੰਚੀ ਆ, ਹੋਵੇ ਨਾ ਹੋਵੇ ਤਾਂ ਮੈਂ ਇਹਨੂੰ ਜਿਹੜਾ ਨਾ ਚਾਹ ਸਾਰੀ ਸੰਗਤ ਨੂੰ ਪਹਿਲਾਂ ਛਕਾਵਾਂ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਨਾ ਜਦੋਂ ਸੰਗਤ ਉੱਥੇ ਪਹੁੰਚੀ ਸੀ ਠੰਡ ਬੜੀ ਸੀ। ਸੋ ਕਸਤੂਰੀ ਲਾਲ ਨੇ ਆਪਣੇ ਘਰ ਜਿਹੜਾ ਸੀ ਨਾ ਆਪਣੀ ਘਰ ਬੜੀ ਸੁਨੇਹਾ ਦੇ ਦਿੱਤਾ ਕਿ ਤੂੰ ਹੈ ਨਾ ਕੁਛ ਚਾਹ ਬਣਾ ਕੇ ਜਿਹੜੀ ਹੈ ਨਾ ਇੱਥੇ ਸੰਗਤ ਵਾਸਤੇ ਲੈ ਕੇ ਆ, ਤਾਂ ਜੋ ਸਾਰੀ ਸੰਗਤ ਜਿਹੜੀ ਹੈ ਨਾ ਚਾਹ ਛਕ ਜਾਵੇ। ਸੋ ਉਹਨਾਂ ਦੀ ਪਤਨੀ ਜਦ ਚਾਹ ਬਣਾ ਕੇ ਲੈ ਆਈ ਆ ਅਤੇ ਕੁਛ ਪ੍ਰੇਮੀ ਜਿਹੜੇ ਸੀਗੇ ਕਸਤੂਰੀ ਲਾਲ ਦੇ ਘਰ ਹੋਰ ਵੀ ਆ ਕੇ ਹੋ ਗਏ। ਜਦ ਕਸਤੂਰੀ ਲਾਲ ਨੇ ਦੇਖਿਆ ਕਿ ਘਰ ਦੇ ਵਿੱਚ ਕੁਛ ਹੋਰ ਵੀ ਸੰਗਤ ਆ ਗਈ ਆ, ਚਾਹ ਥੋੜ੍ਹੀ ਆ, ਹੁਣ ਕੀ ਕੀਤਾ ਜਾਵੇ। ਫਿਰ ਕਸਤੂਰੀ ਲਾਲ ਨੇ ਮਨ 'ਚ ਸੋਚਿਆ ਵੀ ਇਹ ਜਿਹੜੀ ਚਾਹ ਹੈਗੀ ਹੈ ਸਾਰੀ ਸੰਗਤ ਦਾ, ਇਹਦੇ ਨਾਲ ਕੋਈ ਵੀ ਜਿਹੜਾ ਨਾ ਗੁਜ਼ਾਰਾ ਨਹੀਂ ਹੋਣਾ ਹੈਗਾ। ਸੋ ਉਹ ਚਾਹੁੰਦਾ ਸੀਗਾ ਕਿ ਸੰਗਤ ਸਾਰੀ ਚਾਹ ਪੀਵੇ, ਪਰ ਦੁਬਾਰਾ ਚਾਹ ਬਣਾਉਣ ਵਾਸਤੇ ਘਰ ਦੂਰ ਸੀਗਾ, ਟਾਈਮ ਲੱਗਣਾ ਸੀਗਾ। ਸੋ ਕਸਤੂਰੀ ਲਾਲ ਨੇ ਸੰਗਤ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਚਾਹ ਛਕੋਗੇ, ਪਰ ਸੰਗਤ ਨੇ ਵੀ ਮਨ ਦੇ ਵਿੱਚ ਸੋਚਿਆ ਵੀ ਚਾਹ ਦੀ ਜਿਹੜੀ ਕੇਟਲੀ ਹੈਗੀ ਉਹ ਤਾਂ ਥੋੜ੍ਹੀ ਜਿਹੀ ਸੰਗਤ ਜ਼ਿਆਦਾ ਹੈਗੀ ਆ। ਪਰ ਕੁਛ ਪ੍ਰੇਮੀ ਨੇ ਕਹਿਤੇ ਕਿ ਅਸੀਂ ਚਾਹ ਨਹੀਂ ਛਕਣੀ, ਅਸੀਂ ਚਾਹ ਘਰੋਂ ਛਕ ਕੇ ਆਏ ਹਾਂ। ਪਰ ਕਸਤੂਰੀ ਲਾਲ ਚਾਹੁੰਦਾ ਸੀਗਾ ਵੀ ਚਾਹ ਸਾਰੀ ਸੰਗਤ ਨੂੰ ਛਕਾਈ ਜਾਵੇ। ਸੋ ਕਸਤੂਰੀ ਲਾਲ ਜਿਹੜੇ ਸੀਗਾ ਉਹੀ ਕੇਟਲੀ ਲੈ ਕੇ ਜਦ ਬਾਹਰ ਗਿਆ, ਬਾਹਰ ਜਾ ਕੇ ਕਸਤੂਰੀ ਲਾਲ ਨੇ ਸੰਤ ਉਤਰਦੇਵ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਆਪਦੀ ਜਿਹੜੀ ਸੰਗਤ ਬਹੁਤ ਵੱਧ ਗਈ ਆ ਅਤੇ ਮੈਂ ਚਾਹੁੰਦਾ ਹੈਗਾ ਵੀ ਸਾਰੀ ਸੰਗਤ ਨੂੰ ਚਾਹ ਛਕਾਈ ਜਾਵੇ। ਸੋ ਹੁਣ ਤੁਸੀਂ ਆਪ ਹੀ ਕਿਰਪਾ ਕਰੋ ਵੀ ਜਿਵੇਂ ਵੀ ਕਿਵੇਂ ਹੈ ਨਾ ਮੇਰੀ ਪੱਤ ਰਹਿ ਜਾਵੇ। ਜਦ ਕਸਤੂਰੀ ਲਾਲ ਨੇ ਇਸ ਤਰ੍ਹਾਂ ਸੰਤ ਉਤਰਦੇਵ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ, ਬੇਨਤੀ ਕਰਦੇ ਕਰਦੇ ਫਿਰ ਜਦ ਉਹ ਬੇਨਤੀ ਤੋਂ ਥੋੜ੍ਹੇ ਜਿਹੇ ਆਪਣੇ ਪਿਛਲੇ ਪਾਸੇ ਜਦ ਝਾਤ ਮਾਰੀ ਆ ਉਹਨਾਂ ਨੇ ਅਤੇ ਸਾਰੀ ਸੰਗਤ ਜਿਹੜੀ ਸੀ ਉਹਨਾਂ ਨੂੰ ਉਡੀਕ ਰਹੀ ਸੀ ਅਤੇ ਕਸਤੂਰੀ ਲਾਲ ਜਦ ਚਾਹ ਦੀ ਕੇਟਲੀ ਜਿਹੜੀ ਦੁਬਾਰਾ ਲੈ ਕੇ ਸੰਗਤ ਦੇ ਕੋਲ ਗਏ ਆ ਅਤੇ ਉਹ ਚਾਹ ਦੀ ਕੇਟਲੀ ਸੰਗਤ ਨੂੰ ਵਰਤਾਉਣੀ ਸ਼ੁਰੂ ਕਰ ਦਿੱਤੀ। ਪਰ ਦੇਖੋ ਸਾਰੀ ਸੰਗਤ ਨੇ ਚਾਹ ਜਿਹੜੀ ਸੀ ਜਿਵੇਂ ਜਿਵੇਂ ਵਰਤਾਉਂਦੇ ਗਏ ਚਾਹ ਸੰਗਤ ਛਕਦੀ ਗਈ, ਪਰ ਜਦੋਂ ਸਾਰੀ ਕੇਟਲੀ ਵਰਤਾਈ ਗਈ ਅਤੇ ਜਦ ਕਸਤੂਰੀ ਲਾਲ ਸੰਗਤ ਨੇ ਸਾਰੀ ਚਾਹ ਛਕ ਲਈ ਅਤੇ ਕਸਤੂਰੀ ਲਾਲ ਨੇ ਜਦੋਂ ਦੁਬਾਰਾ ਮੁੜ ਕੇ ਉਹ ਕੇਟਲੀ ਦਾ ਜਿਹੜਾ ਢੱਕਣ ਸੀਗਾ ਉਹ ਚੱਕ ਕੇ ਦੇਖਿਆ ਅਤੇ ਦੇਖ ਕੇ ਹੈਰਾਨ ਹੋ ਗਿਆ ਕਿ ਜਿੰਨੀ ਚਾਹ ਜਿਹੜੀ ਸੀ ਪਹਿਲਾਂ ਸੀ ਓਨੀ ਚਾਹ ਜਿਹੜੀ ਸੀ ਉਹ ਕੇਟਲੀ ਵਿੱਚ ਜਿਉਂਦੀ ਤਿਉਂ ਪਈ ਹੈ। ਇਹ ਜਿਹੜੀ ਸੀਗੀ ਇੱਕ ਜ਼ਾਹਰੀ ਕਰਾਮਾਤ ਕਸਤੂਰੀ ਲਾਲ ਨਾਲ ਹੋਈ ਸੀ, ਉਹ ਵੀ ਦੇਖ ਕੇ ਬੜੇ ਦੰਗ ਹੋਏ ਸੀ। ਫਿਰ ਕਸਤੂਰੀ ਲਾਲ ਜਿਹੜੇ ਸੀ ਜਦ ਸੰਗਤ ਦੇ ਕੋਲ ਮਹਾਂਪੁਰਖਾਂ ਦੇ ਕੋਲ ਪਹੁੰਚੇ ਆ
ਤੇ ਜਾ ਕੇ ਜਦੋਂ ਬਾਬਾ ਉੱਤਰ ਦੇਵ ਜੀ ਨੂੰ ਮੱਥਾ ਟੇਕਿਆ ਤੇ ਮਹਾਂਪੁਰਖਾਂ ਨੇ ਕਸਤੂਰੀ ਲਾਲ ਨੂੰ ਦੇਖ ਕੇ ਇਹ ਗੱਲ ਕਹੀ ਆ, ਕਹਿੰਦੇ ਭਾਈ ਮਾਲਕ ਦਾ ਬਣਿਆ ਨਹੀਂ ਜਾਂਦਾ ਹੈਗਾ, ਜਿਹੜਾ ਜੀਵ ਅਗਰ ਮਾਲਕ ਦਾ ਬਣਿਆ, ਜਿਸ ਤਰ੍ਹਾਂ ਕਹਿੰਦੇ ਤੂੰ ਸਵੇਰੇ ਅਰਦਾਸ ਬੇਨਤੀ ਕੀਤੀ ਆ ਤੇ ਤੂੰ ਸਾਡਾ ਬਣਿਆ, ਇਸ ਤਰ੍ਹਾਂ ਅਗਰ ਤੂੰ ਵਾਹਿਗੁਰੂ ਜੀ ਦਾ ਅਗਰ ਬਣਿਆ ਰਹੇ ਸਦਾ ਵਾਸਤੇ ਤਾਂ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਸਕਦਾ, ਟੋਟ ਨਹੀਂ ਆ ਸਕਦੀ। ਜਦ ਇਹ ਇਸ਼ਾਰੇ ਵਾਲੇ ਬਚਨ ਜਿਹੜੇ ਸੀਗੇ ਸੰਤ ਉੱਤਰ ਦੇਵ ਨੇ ਕਸਤੂਰੀ ਲਾਲ ਨਾਲ ਕੀਤੇ ਸੀ, ਕਸਤੂਰੀ ਲਾਲ ਜਿਹੜੇ ਸੀ ਇਹ ਬਚਨ ਜਿਹੜੇ ਸੀਗੇ ਸੁਣ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਦੁਬਾਰਾ ਮੱਥਾ ਟੇਕਿਆ ਸੀਗਾ। ਭਾਵ ਕੀ ਆ ਕਿ ਜਿਹੜੇ ਸਦਾ ਹੀ ਵਾਹਿਗੁਰੂ ਦੇ ਅੱਗੇ ਦੇ ਚਰਨਾਂ 'ਚ ਜੁੜੇ ਰਹਿੰਦੇ ਆ, ਬੇਨਤੀ ਕਰਦੇ ਰਹਿੰਦੇ ਆ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਦੀ ਵੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਪੈਂਦਾ, ਹਮੇਸ਼ਾ ਵਾਧਾ ਹੁੰਦਾ ਹੈ ਤੇ ਉਹਨਾਂ ਦਾ ਲੋਕ ਤੇ ਪਰਲੋਕ ਦੋਨੇ ਸਵਰ ਜਾਂਦੇ ਆ। ਸੋ ਫਿਰ ਹਾਲੇ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।